स्वागत है गौरव शुक्ला मैं हां तुहाडे नाल। इस बुलेटिन दा आगाज वड्डी खबर अज दे दिन दी सूबे च नगर निगम चोणां नूं लैके हिंसा हुई है। जलालाबाद, भिखेविंड, तरनतारन ਇਹ ਜਿਹੜੀਆਂ ਥਾਵਾਂ ਨੇ ਉੱਥੇ ਘਟਨਾਕ੍ਰਮ ਵਾਪਰਿਆ। ਤੁਹਾਨੂੰ ਪੂਰਾ ਅਪਡੇਟ ਦਵਾਂਗੇ। ਜਲਾਲਾਬਾਦ ਤੋਂ ਸ਼ੁਰੂਆਤ। ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦੇ ਉੱਤੇ ਕਾਤਲਾਨਾ ਹਮਲਾ ਹੋਇਆ। ਫਾਇਰਿੰਗ ਅਤੇ ਪੱਥਰਬਾਜ਼ੀ ਦੇ ਵਿੱਚ 3 ਅਕਾਲੀ ਵਰਕਰ ਜ਼ਖਮੀ ਹੋ ਗਏ ਨੇ, ਜਦਕਿ ਤਰਨਤਾਰਨ ਦੇ भिखेविंड ਦੇ ਵਿੱਚ ਵੀ ਮਾਹੌਲ ਤਣਾਅਪੂਰਨ ਹੋ ਗਿਆ। ਕਾਂਗਰਸੀ ਵਰਕਰਾਂ ਦੇ ਉੱਤੇ ਉੱਥੇ ਫਾਇਰਿੰਗ ਕਰਨ ਦੇ ਇਲਜ਼ਾਮ ਲੱਗੇ ਨੇ। तो अंदाजिए भिखेविंड ਦੇ ਵਿੱਚ माहौल इन्ना ज्यादा तनावपूर्ण सी कि 15 ਤੋਂ 20 राउंड गोलियां चलण की जानकारी भी सामने आ रही है। निगम चोणां नूं लैके हिंसा हुई है। नामजदगियां पर नहीं दे रहे कांग्रेसी। श्रोमणी अकाली दल ते आम आदमी पार्टी दे वल्लों इल्जाम लगाया जा रहा है। टीवी स्क्रीन दे उत्ते एक जलालाबाद दी अकाली दल दे प्रधान ते हमला, दूजी भिखेविंड दी उत्थे तनावपूर्ण माहौल, कांग्रेसी वर्करां दे उत्ते फायरिंग करन दे इल्जाम। सारे आल पार्टी लाइन तो उपर उठ गए। असी इस चीज़ नूं कि जाके दिल्ली च किसानां दे नहीं, पंजाब दे लई, पूरे हिंदुस्तान लई ये लड़ाई लड़ी जाए। तो नाल ही ये कहा कि कोई भी पार्टी जिदे जिन्नी देर किसान अंदोलन चल रहा, कोई पार्टी एक दूजे ते ब्लेम गेम का इहो जिहा कोई ना करे कि आह पार्टी ने आ नहीं किया, इन्हें आ नहीं किया। सारे उन्हां दे लई एक मुठ हो के एक आवाज़ च जिहड़ी किसानी दे नाल खड़े हो करके गए ने कि कर्ज माफी लैके जिहड़े किसानां दी जान गई है उन्हां सारिਆਂ ਦੇ कर्ज माफी ਨੂੰ ਲੈ ਕੇ सीएम साहब ने हामी भरी है। ਉਹਨਾਂ ਨੇ ਮੰਗ ਰੱਖੀ ਹੈ ਕਿ ਜਿਹੜੇ ਉੱਥੇ 88 ਬੰਦਿਆਂ ਦੀ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦੇ ਕਰਜ਼ ਮਾਫੀ ਦੀ ਉਹਨਾਂ ਨੂੰ ਕਹਿਤਾ ਕਿ ਉਹਨਾਂ ਦਾ ਪਤਾ ਕਰੋ ਕਿ ਕੀ ਕਰਜ਼ਾ ਤੇ ਉਹਦੇ ਤੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਦਿੱਤਾ ਸੀ। ਤੁਸੀਂ ਕਹਿ ਰਹੇ ਹੋ ਕਿ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਹੀਂ ਹੋਏਗੀ। ਪਾਰਟੀ ਦੇ ਅੰਦਰ ਮੀਟਿੰਗ ਜਿਹੜੀ ਆਲ ਪਾਰਟੀ ਮੀਟਿੰਗ ਸੋਹਣੀ ਹੋਈ ਹੈ ਤੇ ਆਮ ਆਦਮੀ ਪਾਰਟੀ ਵਾਲੇ ਵਾਕਆਊਟ ਕਰਕੇ ਆ ਗਏ। ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕੋਈ ਗੱਲ ਦਾ हामी ਨਹੀਂ ਭਰੀਗੀ। ਉਹ ਤੇ ਮੇਰਾ ਖਿਆਲ ਹੈ ਕਿ ਸਾਰੀ ਰਿਕਾਰਡਿੰਗ ਹੋਈ ਹੋਣੀ ਆ ਤੇ ਜੇ ਇਹਨਾਂ ਦੀ ਕਰੀਏ ਇਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ। ਪਰ ਮੈਨੂੰ ਬੜਾ ਬਦਕਿਸਮਤੀ ਗੱਲ ਆ कि ये पार्टी के की दिमाग च ये बारे अजे तक पता नहीं लगा, क्योंकि जो फैसला अंदर होया वो मैं ये अगेंस्ट नहीं बोलना चाहता कि कोई पार्टी किसी के अगेंस्ट नहीं बोलेगी। पर बड़ा अनफॉर्चुनेट है कि जो इन्होंने गल्लां रखियां सारियां हैगियां अखीर च कहते जी असीं इन्हां गल्लां दे नाल जिहड़े एग्री नहीं करते। पूरियां पार्टियां ने ਜਿਹੜੀ ਸਭ ਤੋਂ ਵੱਧ ਜੇ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕ੍ਰਿਟਿਕ ਰਹੀ ਹੈ, ਕਾਂਗਰਸ ਦੀ ਬਹੁਤ ਪੁਰਾਣੀ ਰਹੀ ਹੈ। ਕਾਮਰੇਡ ਬੈਠੇ ਨੇ ਔਰ ਸਾਰੀਆਂ ਜਿੰਨੀਆਂ ਪਾਰਟੀਆਂ ਬੈਠੀਆਂ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਹੀ ਇਹੋ ਜਿਹੇ ਨੇ ਜਿਨ੍ਹਾਂ ਨੇ ਅੱਜ ਫੇਰ ਕਿਸਾਨੀ ਅੰਦੋਲਨ ਦੀ ਪਿੱਠ 'ਚ ਛੁਰਾ ਮਾਰ ਕੇ ਤੇ ਪੰਜਾਬ ਦੀ ਇਸ ਆਲ ਪਾਰਟੀ ਮੀਟਿੰਗ 'ਚੋਂ ਉੱਠ ਕੇ ਗਏ। ਬੀਜੇਪੀ ਨਹੀਂ ਪਹੁੰਚੀ, ਉਹਨਾਂ ਦਾ ਕਹਿੰਦੇ ਕਿ ਕਨਸਪੀਰੇਸੀ ਜਿਹੜੀ ਹੈ ਉਹ ਰਚੀ ਜਾ ਰਹੀ ਹੈ ਇਹ ਆਲ ਪਾਰਟੀ ਮੀਟਿੰਗ। ਦੇਖੋ ਇਹ ਬੀਜੇਪੀ ਵਾਲੇ ਜਿਹੜੇ ਕਨਸਪੀਰੇਟਰ ਹੈਗੇ ਨੇ ਕਿ ਜੋ ਪੰਜਾਬ ਦੇ ਵਿੱਚ ਉਹ ਕਰ ਰਹੇ ਨੇ, ਜਿੱਦਾਂ ਪ੍ਰਵੋਕ ਕਰ ਰਹੇ ਨੇ, ਜਿਸ ਤਰੀਕੇ ਦੇ ਨਾਲ ਉਹ ਜਾ ਕੇ ਆਪਣੀਆਂ ਮੀਟਿੰਗਸ ਕਰਦੇ ਨੇ ਤੇ ਉੱਥੇ ਕਿਸਾਨਾਂ ਦੇ ਅਗੇਂਸਟ ਗੱਲਾਂ ਕਰਦੇ ਨੇ। ਔਰ ਜਿਸ ਤਰੀਕੇ ਦੇ ਨਾਲ ਤੁਹਾਡੇ ਚੈਨਲਾਂ ਦੇ ਉੱਤੇ ਵੀ ਜੋ ਲੀਡਰ ਜਿਹੜੇ ਚੁੱਗ ਜਾਂ ਹੋਰ ਜਾਂ ਇੱਕ ਗਰੇਵਾਲ ਜਿਵੇਂ ਉਹ ਬੋਲੇ ਨੇ, ਉਹ ਕਿਸ ਮੂੰਹ ਦੇ ਨਾਲ ਇੱਥੇ ਆਣ ਕੇ ਸਾਡੇ ਸਾਰਿਆਂ ਦੇ ਵਿੱਚ ਬੈਠ ਕੇ ਕਿ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਅੱਗ ਲਾਈ ਹੈ ਜਿਸ ਪਾਰਟੀ ਨੇ, ਉਹ ਕਿਵੇਂ ਸਾਰਿਆਂ ਦੇ ਵਿੱਚ ਬੈਠ ਕੇ ਕਿਹੜੇ ਮੂੰਹ ਨਾਲ ਇੱਥੇ ਗੱਲ ਕਰਕੇ ਜਾਂਦੇ। ਇਹ ਜਿਹੜੀ ਬੀਜੇਪੀ ਆ ਇਹਨਾਂ ਨੇ ਕਦੀ ਵੀ ਪੰਜਾਬ ਦਾ ਮਾਹੌਲ ਠੀਕ ਨਹੀਂ ਹੋਣਾ ਚਾਹੁੰਦੇ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਲੋਕਾਂ ਨੇ ਨਾ ਅੱਤਵਾਦ ਵੇਲੇ ਜਿਹੜੀ ਕਮਿਊਨਲ ਹਾਰਮਨੀ ਸੀ ਉਹਦੇ 'ਚ ਫਰਕ ਆਉਣ ਦਿੱਤਾ। ਹਿੰਦੂ ਸਿੱਖ ਏਕਤਾ 'ਚ ਇਹ ਬੀਜੇਪੀ ਡਿਵਾਈਡ ਕਰਨਾ ਚਾਹੁੰਦੀ ਹੈ ਔਰ ਇਲੈਕਸ਼ਨ ਦੇ ਟਾਈਮ 'ਚ ਇਹ ਗੇਨ ਕਰਨਾ ਚਾਹੁੰਦੀ ਹੈ। ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਇਸ ਤੁਸੀਂ ਚੀਜ਼ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਪੰਜਾਬੀ ਬੜੇ ਸੈਕੂਲਰ ਨੇ, ਬੜੇ ਵੱਡੇ ਦਿਲ ਵਾਲੇ ਨੇ ਤੇ ਹਿੰਦੂ ਸਿੱਖ ਜਿਵੇਂ ਉਹਨਾਂ ਦਾ ਕਹਿੰਦੇ ਸੀ ਨਾ, ਕਦੀ ਕਹਿੰਦੇ ਸੀ ਅਕਾਲੀ ਦਲ ਤੇ ਉਹ ਜਿਹੜੇ ਬੀਜੇਪੀ 9 ਮਾਸ ਦਾ ਰਿਸ਼ਤਾ। ਮੈਂ ਇਹ ਨਹੀਂ ਕਹੂੰਗਾ, ਮੈਂ ਇਹ ਕਹੂੰਗਾ ਕਿ ਇਹਨਾਂ ਦੇ ਹਮੇਸ਼ਾ ਹੀ ਇਹੋ ਜਿਹੇ ਸਾਡੇ ਰਿਸ਼ਤੇ ਨੇ ਹਿੰਦੂ ਸਿੱਖਾਂ ਦੇ ਔਰ ਹੋਰ ਕਮਿਊਨਿਟੀਆਂ ਦਾ। ਪੰਜਾਬ 'ਚ ਕਦੀ ਵੀ ਇਹ ਚੀਜ਼ ਨਹੀਂ ਉੱਠਣ ਦਿੱਤੀ ਜਾਏਗੀ। ਬੀਜੇਪੀ ਨੂੰ ਇੱਕ ਸਬਕ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਦੀ ਜਿਹੜੀ ਦੇਸ਼ ਭਗਤੀ ਆ ਉਹਦੇ ਜਿਹੜੀ ਸ਼ੱਕ ਦੀ ਨਿਗਾਹ ਨਾਲ ਨਾ ਵੇਖੋ। ਜਲਾਲਾਬਾਦ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਗੱਡੀ ਤੇ ਬੜੇ ਉੱਥੇ ਅੰਦਰ ਇਹ ਗੱਲ ਹੋਈ ਆ, ਬੜੀ ਮਾੜੀ ਘਟਨਾ ਜਿਹੜੀ ਇਹ ਵਾਪਰੀ ਆ। ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ। ਸਾਰਿਆਂ ਨੇ ਕੰਡੈਮ ਕੀਤੀ ਆ ਔਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹਦੇ ਤੇ ਸਟ੍ਰਿਕਟ ਜਿਹੜਾ ਐਕਸ਼ਨ ਲਿਆ ਜਾਏਗਾ ਔਰ ਅੱਗੇ ਤੋਂ ਕਦੀ ਵੀ ਇਹੋ ਜਿਹੀ ਜਿਹੜੀ ਗੱਲ ਨਹੀਂ ਹੋਣ ਦਿੱਤੀ ਜਾਏਗੀ। ਕੋਈ ਜਾਂਚ ਦੇ ਵੀ ਹੁਕਮ ਦਿੱਤੇ ਸਰ ਇਸ ਤੇ? ਜਾਂਚ ਅਜੇ ਉੱਥੇ ਆਏਗੀ। ਜਾਂਚ ਤੇ ਤਾਂ ਹੋਏਗੀ ਨਾ ਕਿ ਬਾਅਦ ਚ ਅਜੇ ਸਾਰੀਆਂ ਦੋਨੋਂ ਪਾਰਟੀਆਂ ਆਪਸ ਵਿੱਚ ਸਾਹਮਣੇ ਖੜੀਆਂ ਨੇ। ਮੇਰੇ ਵੱਲ ਚੱਕੀ ਜਾਂਦੇ, ਕਾਂਗਰਸ ਵੱਲ ਚੱਕ ਰਹੇ।
ਵੇਖੋ ਗੱਲ ਸੁਣੋ, ਉੱਥੇ ਕਾਂਗਰਸ ਦਾ ਐਮਐਲਏ ਜਾਂ ਦੋਨੇ ਅਕਾਲੀ ਦਲ ਜਿਨ੍ਹਾਂ ਨੇ ਇਲੈਕਸ਼ਨ ਲੜੀ, ਵਾਕਿਆ ਜਿਹੜੀ ਗਵਰਨਮੈਂਟ ਹੁੰਦੀ ਹੈ ਉਂਗਲ ਦੇ ਉੱਤੇ ਚੱਕੀ ਜਾਂਦੀ ਹੈ ਔਰ ਇਹ ਜਿਹੜੀ ਆ ਇਹਦਾ ਪੂਰਾ ਦਾ ਪੂਰਾ ਇਨਸਾਫ ਕੀਤਾ ਜਾਏਗਾ। ਔਰ ਸੀਐਮ ਸਾਹਿਬ ਨੇ ਉਸ ਵੇਲੇ ਟੈਲੀਫੋਨ ਕਰਕੇ ਕਿ ਇਹ ਇਮੀਡੀਏਟਲੀ ਜਿਹੜੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿ ਮੇਰੀ ਨੌਲੇਜ 'ਚ ਲੈ ਕੇ ਰੰਧਾਵਾ ਆਓ। ਜੀ, ਹੋਰ ਥਾਵਾਂ ਤੇ ਵੀ ਹਿੰਸਕ ਘਟਨਾਵਾਂ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ। ਇਵੈਂਟ ਤੋਂ ਵੀ ਖਬਰਾਂ ਆ ਰਹੀਆਂ ਨੇ। ਵੇਖੋ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਵਾਕਿਆ ਹੀ ਪੁਲਿਸ ਨੂੰ ਹੋਰ ਜ਼ਿਆਦਾ ਜਿਹੜੀ ਸਿਕਿਉਰਿਟੀ ਅਸੀਂ ਟਾਈਟ ਕਰਾਂਗੇ ਕਿ ਕੋਈ ਇਹੋ ਜਿਹੀ ਗੱਲ ਬਾਤ ਨਾ ਹੋਵੇ। ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੁੰਦੇ ਕੱਲ ਤੱਕ ਹੈ ਤੇ ਹਰ ਜਿਹੜੀ ਹੈਗੀ ਆ ਜਿੱਥੇ ਜਿੱਥੇ ਪੇਪਰ ਨੇ ਉੱਥੇ ਅਸੀਂ ਇਹ ਜਿਹੜੀ ਸਿਕਿਉਰਿਟੀ ਵਧਾ ਰਹੇ ਹਾਂ। ਠੀਕ ਹੈ, ਥੈਂਕ ਯੂ ਥੈਂਕ ਯੂ। ਵਿਸ਼ਾਲ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ ਠੀਕ ਹੋਈ ਹੈ, ਅੰਦਰ ਸਕਾਮੇ ਮਾਹੌਲ 'ਚ ਹੋਈ ਹੈ ਤੇ ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਨੇ ਜੋ ਜਿਨ੍ਹਾਂ ਨੇ ਜਾਨ ਗਵਾਈ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਦਿੱਲੀ ਬਾਰਡਰਾਂ ਦੇ ਉੱਤੇ ਉਹਨਾਂ ਦੇ ਕਰਜ਼ੇ ਮਾਫ ਕਰਨ ਦਾ ਐਲਾਨ ਕੀਤਾ। ਪਰ ਇਸ ਸਭ ਦੇ ਵਿਚਾਲੇ ਮੁੱਦਾ ਗੁੰਝਿਆ ਜਲਾਲਾਬਾਦ ਦਾ, ਮੁੱਦਾ ਗੁੰਝਿਆ ਭਿੱਖੀਵਿੰਡ ਦਾ ਤੇ ਉਸ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨਜ਼ਰ ਆਏ ਨੇ ਕਿ ਮੀਟਿੰਗ ਦੇ ਵਿੱਚ ਮੁੱਦਾ ਉੱਠਿਆ। ਮੁੱਖ ਮੰਤਰੀ ਨੇ ਕਿਹਾ ਕਿ ਮੰਦਭਾਗਾ ਨਹੀਂ ਹੋਣਾ ਚਾਹੀਦਾ ਸੀ, ਅੱਗੇ ਤੋਂ ਨਾ ਹੋਵੇ, ਇਸ ਦੇ ਲਈ ਵੀ ਜਿਹੜੇ ਜ਼ਰੂਰੀ ਇਹਤਿਆਤਨ ਕਦਮ ਨੇ ਉਹ ਚੁੱਕੇ ਜਾਣਗੇ। ਹਾਲਾਂਕਿ ਉਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਅਜਿਹੀਆਂ ਚੋਣਾਂ ਦੇ ਵਿੱਚ ਇਸ ਤਰੀਕੇ ਨਾਲ ਘਟਨਾਕ੍ਰਮ ਹੁੰਦੇ ਨੇ। ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਇਹ ਵੀ ਉਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਜਿੱਥੇ ਨਾਮਜ਼ਦਗੀਆਂ ਨੂੰ ਲੈ ਕੇ ਕੋਈ ਦਿੱਕਤ ਆ ਰਹੀ ਹੈ ਉੱਥੇ ਹੋਰ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਤਾਂ ਕਿ ਨਾਮਜ਼ਦਗੀਆਂ ਫਾਈਲ ਹੋ ਸਕਣ। ਇਸ ਸਮੇਂ ਇਲਜ਼ਾਮ ਕੀ ਨੇ? ਜਲਾਲਾਬਾਦ ਜਾਂ ਭਿੱਖੀਵਿੰਡ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਨੇ ਇਸ ਸਮੇਂ ਕਾਂਗਰਸ ਦੀ ਪੰਜਾਬ ਸਰਕਾਰ ਹੈ ਤੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਪੰਜਾਬ 'ਚ ਜਿਹੜੇ ਕਾਨੂੰਨ ਵਿਵਸਥਾ ਨੂੰ ਲੈ ਕੇ ਉਹ ਸਵਾਲ ਚੁੱਕ ਰਹੀਆਂ ਨੇ, ਇਲਜ਼ਾਮ ਲਗਾ ਰਹੀਆਂ ਨੇ ਕਿ ਜਿਹੜੇ ਕਾਂਗਰਸ ਦੇ ਵਰਕਰ ਨੇ, ਵਿਧਾਇਕ ਨੇ, ਉਹਨਾਂ ਦੇ ਵੱਲੋਂ ਨੋਮੀਨੇਸ਼ਨ ਪਰਚੇ ਦਾਖਲ ਨਹੀਂ ਕਰਨ ਦਿੱਤੇ ਜਾ ਰਹੇ। ਨੋਮੀਨੇਸ਼ਨ ਆਪਣੇ ਆਖਰੀ ਗੇਟ ਦੇ ਵਿੱਚ ਹੈ, ਅੱਜ ਤੇ ਕੱਲ ਦਾ ਦਿਨ ਹੀ ਬਾਕੀ ਹੈ ਤੇ ਇਸ ਵਿਚਾਲੇ ਹੁਣ ਸੁਖਬੀਰ ਬਾਦਲ ਫਾਜ਼ਿਲਕਾ ਫਿਰੋਜ਼ਪੁਰ ਰੋਡ ਦੇ ਉੱਤੇ ਧਰਨਾ ਲਗਾ ਕੇ ਬੈਠੇ ਨੇ ਤੇ ਉਹ ਕਹਿ ਰਹੇ ਨੇ ਕਿ ਧਰਨਾ ਪ੍ਰਦਰਸ਼ਨ ਅਸੀਂ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਨਾਮਜ਼ਦਗੀਆਂ, ਸਾਡੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖਲ ਨਹੀਂ ਕਰਵਾਈਆਂ ਜਾਂਦੀਆਂ। ਨਾਮਜ਼ਦਗੀਆਂ ਭਰਨ ਵੇਲੇ ਹੰਗਾਮਾ ਹੋਇਆ ਜਲਾਲਾਬਾਦ ਦੇ ਵਿੱਚ ਵੀ ਤੇ ਭਿੱਖੀਵਿੰਡ ਦੇ ਵਿੱਚ ਵੀ। ਖਾਸ ਤੌਰ ਤੇ ਅਸੀਂ ਗੱਲ ਕਰੀਏ ਜਲਾਲਾਬਾਦ ਦੀ, ਉੱਥੇ ਸੁਖਬੀਰ ਸਿੰਘ ਬਾਦਲ ਹੋਰੀ ਪਹੁੰਚੇ ਸਨ ਤੇ ਸੁਖਬੀਰ ਬਾਦਲ ਜਲਾਲਾਬਾਦ ਦੇ ਵਿੱਚ ਜਿਹੜੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੀ ਨਾਮਜ਼ਦਗੀ ਭਰਵਾਉਣ ਦੇ ਲਈ ਉੱਥੇ ਪਹੁੰਚੇ ਸੀ ਤੇ ਇਸ ਵਿਚਾਲੇ ਹੰਗਾਮਾ ਹੁੰਦਾ ਹੈ। ਹੰਗਾਮਾ ਜ਼ਬਰਦਸਤ ਰੂਪ ਧਾਰਨ ਕਰ ਜਾਂਦਾ ਹੈ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਨਾਲ ਉੱਥੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਫਾਇਰਿੰਗ ਹੋਈ ਹੈ, 3 ਲੋਕਾਂ ਦੀ ਗੋਲੀ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੱਸੇ ਜਾਂਦੇ ਨੇ। ਸੁਨੀਲ ਜਾਖੜ ਕੁਝ ਕਹਿ ਰਹੇ ਨੇ, ਸੁਣਦੇ। ਜਿਹੜੀ ਪੰਜਾਬ ਦੇ ਪ੍ਰਤੀ ਮਾੜੀ ਸੋਚ ਹੈ, ਕਿਸਾਨਾਂ ਦੇ ਪ੍ਰਤੀ ਮਾੜੀ ਸੋਚ ਤਾਂ ਸਾਹਮਣੇ ਹੀ ਹੈ, ਕਾਲੇ ਕਾਨੂੰਨਾਂ ਨੇ ਸਾਬਤ ਕਰਤਾ। ਉਹਨਾਂ ਦੇ ਉਸ ਸੰਘਰਸ਼ ਨੂੰ ਬਹਾਨਾ ਬਣਾ ਕੇ ਪੰਜਾਬ ਨੂੰ ਵੱਖਰਾ ਕਰਕੇ ਪੰਜਾਬ ਦੇ ਉੱਤੇ ਜਿਹੜਾ ਧੱਕਾ ਕਰਨ ਦੀ ਜਿਹੜਾ ਪ੍ਰਯਾਸ ਹੈ ਸਾਰਿਆਂ ਨੇ ਨਿਖੇਧੀ ਕੀਤੀ ਹੈ। ਤੇ ਇੱਕ ਗੱਲ ਬੜੀ ਸਾਹਮਣੇ ਆ ਗਈ ਵੀ ਪੰਜਾਬ ਨੇ ਜਿਹੜੀ ਲੀਡਰਸ਼ਿਪ ਦਿਖਾਈ ਹੈ, ਆ ਜਿਹੜੀ ਲੜਾਈ ਹੈ ਪੰਜਾਬ ਨੇ ਪੂਰੇ ਹਿੰਦੁਸਤਾਨ ਵਾਸਤੇ ਲੜੀ ਹੈ। ਲੜਾਈ ਚਾਲੂ ਹੋਈ ਸੀ ਕਿਸਾਨਾਂ ਦੇ ਅਧਿਕਾਰਾਂ ਨੂੰ ਲੈ ਕੇ। ਅੱਜ ਪੰਜਾਬ ਪਹਿਲਾ ਮਸਲਾ ਪੰਜਾਬ ਦਾ ਨਹੀਂ, ਪੂਰੇ ਦੇਸ਼ ਦੇ ਲੋਕਤੰਤਰ ਦਾ, ਦੇਸ਼ ਦੀ ਆਜ਼ਾਦੀ ਦੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਉਹਨੂੰ ਬਚਾਉਣ ਦੀ ਇੱਕ ਲੜਾਈ ਬਣ ਗਈ ਹੈ ਜਿਹਦੇ ਪ੍ਰਤੀ ਸਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ। ਉਹਦੀ ਖਾਮਿਆਜ਼ਾ ਪੰਜਾਬ ਨੇ ਭੁਗਤਿਆ। ਆਜ਼ਾਦੀ ਦੀ ਲੜਾਈ ਲੜੀ ਹੈ, ਉਹਦਾ ਵੀ ਪੰਜਾਬੀਆਂ ਨੇ ਭੁਗਤਿਆ। ਆਹ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲੋਕਤੰਤਰ ਨੂੰ ਵਾਪਸ ਬਹਾਲ ਰੱਖਣ ਵਾਸਤੇ, ਕਿਸਾਨਾਂ ਦੀ ਉਹਨਾਂ ਦਾ ਜੀਵਨ ਬਚਾਉਣ ਵਾਸਤੇ, ਜ਼ਮੀਨਾਂ ਬਚਾਉਣ ਵਾਸਤੇ, ਉਹਨਾਂ ਦਾ ਭਵਿੱਖ, ਉਹਨਾਂ ਦੀ ਆਉਣ ਵਾਲੀ ਨਸਲਾਂ ਬਚਾਉਣ ਵਾਸਤੇ, ਉਹਦੀ ਵੀ ਅਸੀਂ ਚਾਹੇ ਸਾਰੇ ਪੰਜਾਬ ਨੇ ਇੰਡਸਟਰੀ ਨੂੰ ਲੈ ਲਓ 32,000 ਕਰੋੜ ਰੁਪਏ ਦਾ ਤਾਂ ਜਦੋਂ 43 ਦਿਨ ਇੱਥੇ ਰੇਲਬੰਦੀ ਰਹੀ ਹੈ, ਇੱਥੇ ਸੰਘਰਸ਼ ਵਿੜਿਆ ਸੀ, ਉਦੋਂ ਸਾਡਾ ਨੁਕਸਾਨ ਹੋਇਆ। 12,000 ਕਰੋੜ ਰੁਪਏ 13,000 ਕਰੋੜ ਰੁਪਏ GST ਰੋਕਿਆ ਪਿਆ, ਉਹ ਪੰਜਾਬ ਨੂੰ ਭੁਗਤਣਾ ਪਿਆ। ਸਾਡਾ RDF ਜਿਹੜਾ 1200 ਕਰੋੜ ਰੁਪਇਆ ਉਹ ਰੋਕ ਰੱਖਿਆ। ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਆ, ਜਿਹੜੇ ਖਾਣੇ ਮੁਫਤ ਦਾਣੇ ਵੰਡੇ ਸੀ ਕਰੋਨਾ ਦੇ ਤਹਿਤ, ਉਹਦਾ 1100 ਕਰੋੜ ਰੁਪਇਆ ਉਹ ਨੱਪੀ ਬੈਠੇ। ਇੱਥੇ ਖਤਮ ਨਹੀਂ। ਅੱਜ ਜਿਹੜੀ ਮੈਂ ਸਾਰੇ ਪਾਰਟੀਆਂ ਦੇ ਆਗੂ ਸਾਹਿਬਾਨ ਦੇ ਨਿਗਾਹ 'ਚ ਲੈ ਕੇ ਮੈਂ ਕਿ ਆਪਾਂ ਨੂੰ ਅੱਗੇ ਵਾਸਤੇ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਕਿਉਂਕਿ ਇੱਥੇ ਖਤਮ ਨਹੀਂ ਹੋਣਾ। ਸਿਲਸਿਲਾ ਜੇ ਚਾਲੂ ਹੈ। ਉੜੀਸਾ ਦਾ ਮੈਂ ਉਦਾਹਰਨ ਦਿੱਤਾ। ਉੜੀਸਾ ਦੇ ਅੰਦਰ ਇਸੇ ਕਿਸਮ ਦਾ ਪਿਛਲੇ 15 ਦਿਨੀ ਪਹਿਲਾਂ ਉੜੀਸਾ ਦੇ ਅੰਦਰ ਪੈਡੀ ਦੀ ਜਿਹਦੀ ਪਰਚੇਜ਼ ਚਾਲੂ ਹੋਈ ਹੈ, ਉੱਥੇ ਕੇਂਦਰ ਸਰਕਾਰ ਨੇ ਉਹਨਾਂ ਦੀ ਮਰੋੜਤਾ ਵੀ ਨਹੀਂ ਖਰੀਦਾਂਗੇ, 50% ਦੀ ਫਾਲਤੂ ਅਸੀਂ ਜਿਹੜੀ ਫਸਲ ਨਹੀਂ ਖਰੀਦਾਂਗੇ। ਉਸੇ ਤਰ੍ਹਾਂ ਪੰਜਾਬ ਦੇ ਅੰਦਰ ਜਦੋਂ ਹੁਣ ਹਾੜੀ ਦੀ ਫਸਲ ਆਣੀ ਹੈ, ਜਦੋਂ ਝੋਨਾ ਆਣਾ ਹੈ, ਹਾੜੀ ਵਾਲੇ ਟਾਈਮ ਸਾਨੂੰ ਜਿਹੜੀ ਆ ਕੈਸ਼ ਕ੍ਰੈਡਿਟ ਲਿਮਿਟ ਮਿਲਦੀ ਹੈ, ਉਹਦੇ 'ਚ ਅੜਚਲਾ ਲਾਣਗੇ ਤੇ ਉਹਦੇ ਬਾਅਦ ਜਦੋਂ ਅਕਤੂਬਰ ਦੇ ਮਹੀਨੇ ਦੇ ਅੰਦਰ, ਸਪਟੈਂਬਰ ਅਕਤੂਬਰ ਜਦੋਂ ਝੋਨੇ ਦਾ ਸਮਾਂ ਆ ਜਾਣਾ ਹੈ,
ਕਿਉਂਕਿ ਇਲੈਕਸ਼ਨਾਂ ਦੇ ਨੇੜੇ ਹੋਊਗਾ, ਪੰਜਾਬ ਦੀ CCL ਲਿਮਿਟ ਰੋਕਣਗੇ ਬੀਜੇਪੀ, ਕਿਉਂਕਿ ਮੰਡੀ ਸਿਸਟਮ ਨੂੰ ਬੁਰਾ ਸਾਬਿਤ ਕਰਨ ਵਾਸਤੇ, ਗਲਤ ਸਾਬਿਤ ਕਰਨ ਵਾਸਤੇ, ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਵਾਸਤੇ, ਪੰਜਾਬੀਆਂ ਨੂੰ ਸਬਕ ਸਿਖਾਉਣ ਵਾਸਤੇ ਉਹ ਇਹਨਾਂ ਨੇ ਆ ਮਾੜਾ ਕੰਮ ਕਰਨਾ ਹੀ ਕਰਨਾ ਹੈ। ਉਹਦੇ ਵਾਸਤੇ ਸਾਨੂੰ ਮੈਂਟਲ ਨੂੰ ਪ੍ਰਪੇਅਰ ਹੋਣਾ ਚਾਹੀਦਾ ਹੈ, ਸਾਨੂੰ ਉਹਦੇ ਵਾਸਤੇ ਵੀ ਲਾਮਬੰਦ ਹੋਣਾ ਚਾਹੀਦਾ ਹੈ, ਕਿਉਂਕਿ ਮਸਲਾ ਇਕੱਲਾ ਕਾਂਗਰਸ ਦਾ ਜਾਂ ਸਰਕਾਰ ਦਾ ਨਹੀਂ, ਕਿਸਾਨਾਂ ਦਾ ਹੈ। ਉਹਦੇ ਵਾਸਤੇ ਵੀ ਜਾ ਕੇ ਮੈਂ ਕਿਹਾ ਵੀ ਸਾਰੇ MP ਸਾਹਿਬਾਨ ਨੂੰ, ਚਾਹੇ ਅਸੀਂ 13 ਹੈ ਰਾਜ ਸਭਾ ਵਾਲੇ ਤੇ ਇਹ ਸਾਰੇ ਮਿਲ ਕੇ ਇਕੱਠੇ ਹੋ ਕੇ ਸਾਰੀ ਪਾਰਟੀਆਂ ਦੇ ਉੱਥੇ ਵੀ ਆਵਾਜ਼ ਚੱਕੀਏ ਹਰੇਕ ਮੁੱਦੇ ਨੂੰ। ਪਰ ਮੇਰਾ ਆਪਣਾ ਜਿਹੜਾ ਵਿਚਾਰ ਜਿਹੜਾ ਮੈਂ ਨਾਲ ਸਾਂਝਾ ਕੀਤਾ ਹੈ, ਜਾਂ ਕਿਵੇਂ ਮਸਲਾ ਹੱਲ ਹੋਊਗਾ, ਤਾਂ ਬੀਜੇਪੀ ਤਾਂ ਮੰਨਦੀ ਨਹੀਂ, ਕਿਉਂਕਿ ਮੈਂ ਕਿਹਾ ਬੀਜੇਪੀ ਨੇ ਮੰਨਣਾ ਨਹੀਂ, ਕਿਉਂਕਿ ਅਹੰਕਾਰ ਛੱਡਦੇ ਨਹੀਂ, ਮਸਲਾ ਹੱਲ ਹੁੰਦਾ ਨਹੀਂ। ਪਰ ਇੱਕੋ ਇੱਕ ਆਵਾਜ਼ ਜਿਹੜੀ ਹੈ ਇਹਨਾਂ ਦੇ ਬੋਲ ਪਹੁੰਚ ਸਕਦੀ ਹੈ, ਉਹ ਹੈ ਲੋਕਤੰਤਰਿਕ ਰਾਜਨੀਤਿਕ ਆਵਾਜ਼। ਤੇ ਰਾਜਨੀਤੀ ਦੀ ਤਾਕਤ ਨਾਲ ਕਿਸਾਨ ਨੂੰ ਮਾਰਿਆ, ਰਾਜਨੀਤਿਕ ਤਾਕਤ ਨਾਲ ਪੰਜਾਬ ਨੂੰ ਮਾਰ ਰਹੇ ਹੈ। ਉਹਦਾ ਇਲਾਜ ਰਾਜਨੀਤੀ ਹੈ, ਕਾਟ ਵੀ ਰਾਜਨੀਤੀ ਹੈ। ਚਾਹੇ ਮਿਊਨਿਸਪਲ ਇਲੈਕਸ਼ਨਸ ਹੈਗੇ, ਚਾਹੇ ਅਸੈਂਬਲੀ ਦੇ ਇਲੈਕਸ਼ਨ ਆ ਜਾਣ, ਉਹਨਾਂ ਦੇ ਵਿੱਚ ਬੀਜੇਪੀ ਨੂੰ ਰਗੜਾ ਲਾਇਆ ਜਾਵੇ, ਪੰਜਾਬ ਚੋਂ ਇੱਥੋਂ ਭਜਾਇਆ ਜਾਵੇ, ਉਹਨਾਂ ਨੂੰ ਬਿਲਕੁਲ 0 ਸੀਟਾਂ ਦੇ ਕੇ ਵੋਟਾਂ ਦਾ ਸ਼ਾਂਤੀਮਈ ਤਰੀਕੇ ਨਾਲ ਹੋਣ ਤੇ ਉਹਨਾਂ ਨੂੰ ਪਤਾ ਲੱਗੇ, ਤਾਂ ਸ਼ਾਇਦ ਨੋਟਿਸ ਲੈਣਗੇ। ਅਦਰਵਾਈਜ਼ ਜਿਹੜੇ ਕਿਸਾਨ 2 ਮਹੀਨੇ ਤੋਂ ਫालतू ਸਮਾਂ ਤੋਂ ਉੱਥੇ ਬੈਠੇ, ਉਹਨਾਂ ਦੀ ਨਹੀਂ ਸੁਣੀ ਤੇ ਅਜੀ ਸਾਰੇ MP MLA ਜਾ ਕੇ ਉੱਥੇ 1 ਦਿਨ 2 ਦਿਨ ਧਰਨਾ ਵੀ ਲਾ ਲਈਏ, ਤੇ ਮੈਂ ਨਹੀਂ ਸਮਝਦਾ ਵੀ ਅਹੰਕਾਰ ਆ ਛੱਡਣਗੇ। ਸਾਰਿਆਂ ਨੇ ਤੁਸੀਂ ਪੰਜਾਬ ਦੇ ਵਾਸਤੇ ਬਹੁਤ ਹੀ ਔਖਾ ਸਮਾਂ ਆਉਣ ਵਾਲੇ ਸਮੇਂ 'ਚ ਮੈਂ ਦੇਖ ਰਿਹਾ। ਜਗਤ ਸਾਰਿਆਂ ਨੇ ਇਕਜੁੱਟ ਹੋਣ ਦਾ ਦਾਅਵਾ ਕੀਤਾ, ਬਾਹਰ ਆਏ, ਚਾਹੇ ਬੈਂਸ ਹੋਣ, ਚਾਹੇ ਸੁਖਪਾਲ ਖਹਿਰਾ ਹੋਣ, ਸਾਰਿਆਂ ਨੇ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਫੈਸਲਾ ਲਿਆ। ਪਰ ਆਮ ਆਦਮੀ ਪਾਰਟੀ ਅੱਜ ਵੀ ਨਾਰਾਜ਼ ਹੋ ਕੇ ਬਾਹਰ ਆ ਗਏ। ਉਹ ਕਹਿੰਦੇ ਕਿ ਅਸੀਂ ਵਾਕਆਊਟ ਕਰਤਾ, ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਸਾਡੀ ਗੱਲ ਹੀ ਨਹੀਂ ਸੁਣੀ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਾਰਟੀਆਂ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ, ਤੇ ਖਾਸ ਤੌਰ ਤੇ ਬੈਂਸ ਸਾਹਿਬ ਦਾ ਆਈਡੀਆ ਸੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਲੜੀਏ। ਤੇ ਉਹਨਾਂ ਦੀ ਜਦੋਂ ਮੈਂ CM ਸਾਹਿਬ ਨੂੰ ਆ ਇੱਛਾ ਕਨਵੇ ਕੀਤੀ, ਉਹਨਾਂ ਨੇ ਕਿਹਾ ਸੀ ਵੀ ਸੀਜ਼ ਫਾਇਰ ਆਪਾਂ ਆਪਸ 'ਚ ਕਰ ਲਈਏ ਤੇ ਆ ਕਿਸਾਨਾਂ ਵਾਲਾ ਸੰਘਰਸ਼ ਸਾਰੇ ਇਕੱਠੇ ਹੋ ਕੇ ਲੜੀਏ। ਤੇ ਪਹਿਲਾਂ ਵੀ CM ਸਾਹਿਬ ਨੇ ਗੱਲ ਰੱਖੀ ਸੀ, ਤੇ ਹੁਣ ਵੀ ਤੁਸੀਂ CM ਸਾਹਿਬ ਨਾਲ ਗੱਲ ਕਰਕੇ ਤੇ CM ਸਾਹਿਬ ਨੇ ਉਹ ਪ੍ਰਵਾਨ ਕੀਤੀ, ਤੇ ਆ ਸਾਰੇ ਇੱਥੇ ਪਹੁੰਚੇ ਆ। ਅੱਜ ਜੋ ਆਮ ਆਦਮੀ ਪਾਰਟੀ ਨੇ ਜੋ ਕੁਝ ਅੱਜ ਪਹਿਲਾਂ ਕੀਤਾ, ਦੇਖੋ ਇੱਕ ਆਦਤ ਜੀ ਬਣਦੀ ਜਾ ਰਹੀ ਹੈ। ਮੈਂ ਸਮਝਦਾ ਬਹੁਤ ਹੀ ਮੰਦਭਾਗੀ ਆ, ਇਟ ਵਾਸ ਨਾਟ ਰਿਕੁਆਇਰਡ, ਕਿਉਂਕਿ ਉਦੋਂ ਵੀ ਪਹਿਲਾਂ ਇਹਨਾਂ ਨੇ ਜਦੋਂ ਆ ਬਿੱਲ ਪਾਸ ਕੀਤੇ ਅਪਰੂਵ ਕਰਕੇ ਨਾਲ ਗਵਰਨਰ ਸਾਹਿਬ ਨੂੰ ਦੇ ਕੇ ਵੀ ਆਏ ਸੀਗੇ, ਤੇ ਅਗਲੇ ਦਿਨ ਮੁੱਕਰ ਗਏ। ਅੱਜ ਸਾਰੀ ਮੀਟਿੰਗ 'ਚ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਇਹਨਾਂ ਨੇ ਵੀ ਗੱਲਾਂ ਕੀਤੀਆਂ, ਪਰ ਇਵੈਂਚੁਅਲੀ ਆ ਕੇ ਉਸ ਗੱਲ ਤੇ ਉੱਠ ਗਏ ਜੋ ਮੈਂ ਸਮਝਦਾ CM ਸਾਹਿਬ ਨੇ ਜਾਂ ਸਾਰੇ ਜਿੰਨੇ ਵੀ ਆਗੂ ਸੀ, ਸਾਰਿਆਂ ਨੇ ਆਖਿਆ ਵੀ ਤੁਸੀਂ ਆਪਣੀਆਂ ਜੜ੍ਹਾਂ ਆਪ ਵੱਢ ਰਹੇ ਹੋ। ਇੱਕ ਪਾਸੇ ਆਪਾਂ ਪੰਜਾਬ ਦਾ ਸੰਘੀਏ ਢਾਂਚੇ ਕਰਕੇ ਵੀ ਸਾਡਾ ਜਿਹੜਾ ਫੈਡਰਲ ਸਿਸਟਮ ਹੈ, ਉਹਦੇ ਵਿੱਚ ਪੰਜਾਬ 'ਚ ਦਖਲ ਦੇਣ ਵਾਲੀ CBI ਕੌਣ ਹੁੰਦੀ ਹੈ, ਕੌਣ ਆ ਕੇ ਸਾਨੂੰ, ਤੇ ਦੂਜੇ ਪਾਸੇ ਤੁਸੀਂ ਆਮ ਆਦਮੀ ਪਾਰਟੀ ਕਹਿ ਰਹੇ ਹੋ ਵੀ ਸਾਡੀ ਪੁਲਿਸ ਜਾ ਕੇ ਹਰਿਆਣੇ ਦੇ ਅੰਦਰ ਜਾ ਕੇ ਉੱਥੇ ਕੰਮ ਕਰਨ ਲੱਗ ਜੇ। ਕਿਸ ਤਰ੍ਹਾਂ ਆਪਾਂ ਆਪਣਾ ਜਿਹੜਾ ਆਰਗੂਮੈਂਟ ਹੈ, ਆਪਣਾ ਜਿਹੜੀ ਦਲੀਲ ਹੈ, ਉਹਨੂੰ ਕਮਜ਼ੋਰ ਕਰ ਰਹੇ ਹਾਂ। ਤੇ ਇਸ ਤੋਂ ਉਹਨਾਂ ਨੂੰ ਮੈਂ ਸਮਝਦਾ ਵੀ ਇਟ ਵਾਸ ਨਾਟ ਅ ਵਾਈਜ਼ ਡਿਸੀਜਨ ਔਨ देयर ਪਾਰਟ। ਪਰ ਮੈਨੂੰ ਇੰਨਾ ਹੈ ਵੀ ਕਿਸਾਨਾਂ ਦਾ ਦਰਦ ਉਹ ਵੀ ਆ ਸੀਗਾ ਵੀ ਜਿਹੜੀ ਬੈਂਸ ਸਾਹਿਬ ਦੀ ਸੀ ਵੀ ਸਾਰਿਆਂ ਨੂੰ ਆ ਆਪਣੇ ਛੱਡ ਕੇ ਨੰਬਰ ਬਣਾਉਣ ਵਾਲੀ ਜਿਹੜੀ ਹੈ ਕਹਾਣੀਆਂ ਛੱਡੀਏ, ਤੇ ਨੰਬਰ ਕਿਸਾਨਾਂ ਦੇ ਹੈ, ਨਹੀਂ ਤਾਂ ਨੰਬਰ ਪੰਜਾਬ ਦਾ ਲੱਗੂਗਾ। ਪੰਜਾਬ ਦਾ ਲਾਈ ਬੈਠੇ ਹੈ BJP ਵਾਲੇ, ਤੇ ਪੰਜਾਬ ਨੂੰ ਬਚਾਈਏ। ਜਾਖੜ ਸਾਹਿਬ, ਅੱਜ ਜਲਾਲਾਬਾਦ ਦੇ ਵਿੱਚ ਜੋ ਕੁਝ ਹੋਇਆ, ਜਿਸ ਤਰ੍ਹਾਂ ਪਹਿਲਾਂ ਮੈਂ ਤੁਹਾਡੇ ਸਾਥੀਆਂ ਨੂੰ ਵੀ ਪੁੱਛਿਆ ਕਿ ਇੱਕ ਪਾਸੇ ਆਲ ਪਾਰਟੀ ਮੀਟਿੰਗ ਸਾਰੇ ਇਕੱਠੇ ਹੋਣ ਦੀ ਗੱਲਾਂ ਕਰ ਰਹੇ ਸੀ, ਤੇ ਉੱਥੇ ਅਕਾਲੀ ਦਲ ਕਹਿੰਦਾ ਹੈ ਕਿ ਉਹਨਾਂ ਦੇ ਪ੍ਰਧਾਨ ਦੀ ਗੱਡੀ ਤੇ ਹਮਲਾ ਹੋ ਜਾਂਦਾ, ਔਰ ਤੁਹਾਡੇ ਵਿਧਾਇਕ ਦੇ ਪੁੱਤਰ ਤੇ ਵਿਧਾਇਕ ਤੇ ਜਿਹੜਾ ਇਲਜ਼ਾਮ ਲੱਗ ਜਾਂਦਾ। ਦੇਖੋ, ਇਲਜ਼ਾਮ ਦੇਖੋ, ਸਭ ਤੋਂ ਪਹਿਲਾਂ ਗੱਲ ਹੈ ਜਿੱਥੇ ਜੋ ਕੁਝ ਵੀ ਉੱਥੇ ਵਾਪਰਿਆ, ਬਹੁਤ ਹੀ ਮੈਂ ਸਮਝਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਾਂਚ ਹੋ ਕੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਵੀ ਉਸ ਕਿਸਮ ਦੀ ਉੱਥੇ ਵਾਇਲੈਂਸ ਕੀਤੀ ਹੈ, ਉਹਨਾਂ ਤੇ ਬਣਦੀ ਕਾਰਵਾਈ, ਇਰਰਿਸਪੈਕਟਿਵ ਆਫ ਹੂ ਦੇ ਆਰ, ਜੋ ਕੋਈ ਵੀ ਹੈ ਉਸੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਦੂਜੀ ਗੱਲ ਇੱਕ ਜਿਹੜੀ ਸਾਹਮਣੇ ਆ ਰਹੀ ਹੈ, ਕਿਉਂਕਿ ਮੇਰਾ ਮੰਨਣਾ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਪਾਰਲੀਮੈਂਟ ਦੇ ਅੰਦਰ, ਕਿਉਂਕਿ ਅਹਿਮ ਬਹਿਸ ਹੈ, ਭਗਵੰਤ ਮਾਨ ਵੀ ਉੱਠ ਕੇ ਗਏ, ਕਹਿੰਦੇ ਮੈਂ 4 ਵਜੇ ਜਾ ਕੇ ਬਹਿਸ 'ਚ ਹਿੱਸਾ ਲੈਣਾ ਹੈ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਇੱਥੇ ਬਣਦੀ ਸੀ, ਕਿਉਂਕਿ ਬਹੁਤ ਹੀ ਅਹਿਮ ਜਿਹੜਾ ਮੁੱਦਾ ਹੈ ਉਹਦੇ ਤੇ ਕਿਉਂ ਉੱਥੇ ਗਏ, ਕੀ ਜਾ ਕੇ ਕਿਸ ਕਿਸਮ ਦੀ ਮਾਹੌਲ ਬਣਿਆ ਉੱਥੇ। ਮੈਂ ਸਮਝਦਾ ਵੀ ਜੇ ਸ਼ਾਇਦ ਇੰਨਾ ਇਸ ਨੂੰ ਨਾ ਪਕਾਇਆ ਜਾਂਦਾ, ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਹੀ ਨਹੀਂ ਬਣਦੇ। ਪਰ ਮੈਂ ਉਹਨਾਂ ਨੂੰ ਵੀ, ਅਕਾਲੀ ਦਲ ਦੇ ਲੀਡਰਸ਼ਿਪ ਨੂੰ ਵੀ ਤੇ ਦੂਜਿਆਂ ਨੂੰ ਵੀ, ਸਾਰਿਆਂ ਨੂੰ, ਕਿਸੇ ਆਦਮੀ ਨੂੰ ਪੰਜਾਬ ਦਾ ਮਾਹੌਲ ਤੇ ਖਾਸ ਤੌਰ ਤੇ ਮਿਊਨਿਸਪਲ ਕਮੇਟੀਜ਼ ਦੇ ਜਿਹੜੇ ਇਲੈਕਸ਼ਨ ਹੁਣ ਚੱਲ ਰਹੇ ਹੈ, ਉਹਨਾਂ ਨੂੰ ਖਰਾਬ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਮਿਲੂਗੀ, ਕੋਈ ਵੀ ਹੈ। ਅੱਜ ਵੀ ਕਈ ਅਕਾਲੀ ਸਾਥੀਆਂ ਦਾ ਪ੍ਰੋਫੈਸਰ ਚੰਦੂ ਮਾਜਰਾ ਜੀ ਨੇ ਕਿਹਾ ਸੀਗਾ ਵੀ ਆ ਮਿਊਨਿਸਪਲ ਇਲੈਕਸ਼ਨ ਜਿਹੜੇ ਹੈ ਪੋਸਟਪੋਨ ਕਰਾ ਲੈਣੇ ਚਾਹੀਦੇ ਹੈ ਇਸ ਕਿਸਾਨ ਸੰਘਰਸ਼ ਦੇ ਮੱਦੇਨਜ਼ਰ। ਮੇਰੀ ਉਹਨਾਂ ਨੂੰ ਬੇਨਤੀ ਸੀ, ਮੈਂ ਕਿਹਾ ਜੀ ਆਪਾਂ ਜੇ ਇਹ ਜਿਹਾ ਕੋਈ ਕਰ ਦਾਂਗੇ ਤਾਂ ਆਪਾਂ BJP ਦੀ ਚਾਲ ਦੇ ਸ਼ਿਕਾਰ ਹੋ ਜਾਾਂਗੇ।
ਬੀਜੇਪੀ ਚਾਹ ਰਹੀ ਹੈ ਵੀ ਪੰਜਾਬ ਨੂੰ ਇੱਕ ਡਿਸਟਰਬਡ ਸਟੇਟ ਡਿਕਲੇਅਰ ਕਰਕੇ ਪੰਜਾਬ ਦਾ ਹਾਲ ਵੀ ਜੰਮੂ ਕਸ਼ਮੀਰ ਵਾਲਾ ਕੀਤਾ ਜਾਵੇ। ਪੰਜਾਬ ਨੂੰ ਪਹਿਲਾਂ ਡਿਕਲੇਅਰ ਕਰਵਾ ਦਿਓ। ਕਦੇ ਦੰਗੇ ਕਰਵਾਉਣ ਦੀ ਗੱਲ ਕਰਦੇ ਆ, ਕਦੇ ਧਾਰਮਿਕ ਭਾਵਨਾ ਭੜਕਾਉਣ ਦੀ ਗੱਲ ਕਰਦੇ ਆ, ਕਦੇ ਜਾਤ ਪਾਤ ਦੇ ਨਾਮ ਤੇ ਕਦੇ ਆ ਜਿਹੜਾ ਕਿਸਾਨਾਂ ਨੂੰ ਬਦਨਾਮ ਕਰਕੇ ਜਿਹੜਾ ਇਹਨਾਂ ਨੇ 26 ਜਨਵਰੀ ਨੂੰ ਕੀਤਾ ਹੈ। ਇਹਨਾਂ ਦੀ ਅੱਖ ਪੰਜਾਬ ਦੇ ਉੱਤੇ ਹੈ, ਪੰਜਾਬ ਦਾ ਨੰਬਰ ਲਾਈ ਬੈਠੇ ਹੈ। ਇਸ ਕਰਕੇ ਸਾਨੂੰ ਇੱਕ ਰਾਜਨੀਤਿਕ ਸੁਨੇਹਾ ਅੱਛੇ ਸ਼ਾਂਤੀਪੂਰਵਕ ਤਰੀਕੇ ਨਾਲ ਮਾਹੌਲ 'ਚ ਇਲੈਕਸ਼ਨ ਹੋਣ, ਇੱਕ ਰਾਜਨੀਤਿਕ ਸੁਨੇਹਾ ਜਾਵੇ, ਬੀਜੇਪੀ ਦਾ ਸੂਪੜਾ ਸਾਫ਼ ਕਰਕੇ ਜ਼ੀਰੋ ਡੱਕ ਤੇ ਭੇਜਿਆ ਜਾਵੇ, ਤਾਂ ਸ਼ਾਇਦ ਪ੍ਰਧਾਨ ਮੰਤਰੀ ਜੀ ਤੇ ਹੋਮ ਮਿਨਿਸਟਰ ਸਾਹਿਬ ਇਸ ਗੱਲ ਦਾ ਸੰਗਿਆਨ ਲੈਣ ਵੀ ਪੰਜਾਬ ਦੇ ਲੋਕ ਬੀਜੇਪੀ ਦੀ ਨੀਤੀਆਂ ਨਾਲ ਨਾਰਾਜ਼ ਹੈ। ਤਾਂ ਆਲ ਪਾਰਟੀ ਮੀਟਿੰਗ ਦੇ ਵਿੱਚ ਚਰਚਾਵਾਂ ਹੋਈਆਂ ਨੇ ਹਰ ਮੁੱਦੇ ਤੇ ਔਰ ਕਿਸਾਨਾਂ ਨੂੰ ਲੈ ਕੇ ਰਾਜਨੀਤੀ ਤਾਂ ਆਲ ਪਾਰਟੀ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਦੋਂ ਕਾਂਗਰਸੀ ਜਿਹੜੇ ਆਗੂ ਨੇ ਉਹ ਬਾਹਰ ਆਏ ਨੇ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ। ਵੱਡੀ ਖਬਰ ਜਲਾਲਾਬਾਦ ਤੇ ਤਰਨਤਾਰਨ ਦੇ ਵਿੱਚ ਭਿੱਖੀਵਿੰਡ ਦੇ ਵਿੱਚ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ ਵੀ ਲਗਾਤਾਰ ਹੁਣ ਕਾਂਗਰਸ ਵਾਲੇ ਜ਼ਰੂਰ ਇਲਜ਼ਾਮ ਲਗਾਉਂਦੇ ਆ ਰਹੇ ਨੇ। ਸੁਨੀਲ ਜਾਖੜੇ ਵੀ ਕਹਿੰਦੇ ਨਜ਼ਰ ਆਏ ਕਿ ਠੀਕ ਹੈ ਇਹ ਮੰਦਭਾਗੀ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਪਾਰਲੀਮੈਂਟ 'ਚ ਹੋਣਾ ਚਾਹੀਦਾ ਸੀ, ਉੱਥੇ ਉਹਨਾਂ ਦੀ ਜ਼ਰੂਰਤ ਸੀ। ਤਾਂ ਵੱਡੀ ਖਬਰ ਇਸ ਸਮੇਂ ਇਹ ਵੀ ਤੁਹਾਨੂੰ ਦੇ ਰਿਹਾ ਕਿ ਆਲ ਪਾਰਟੀ ਮੀਟਿੰਗ ਖਤਮ ਹੋ ਚੁੱਕੀ ਹੈ। ਆਲ ਪਾਰਟੀ ਮੀਟਿੰਗ ਦੇ ਵਿੱਚ ਜਿਹੜਾ ਮੁੱਦਾ ਉਹ ਵਿਚਾਰਿਆ ਗਿਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ, ਕਿਉਂਕਿ ਬੀਜੇਪੀ ਤਾਂ ਇਸ ਦੇ ਵਿੱਚ ਨਹੀਂ ਪਹੁੰਚੀ ਸੀ, ਤੁਸੀਂ ਕਹਿ ਸਕਦੇ ਹੋ ਕਿ ਗੈਰ ਬੀਜੇਪੀ ਪਾਰਟੀਆਂ ਦੇ ਆਗੂ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਇਕੱਠੇ ਹੋ ਕੇ ਇਸ ਕਿਸਾਨੀ ਘੋਲ ਦਾ ਕੋਈ ਹੱਲ ਕੱਢਿਆ ਜਾਵੇ, ਗੱਲਬਾਤ ਹੋਵੇ ਤੇ ਜ਼ਰੂਰ ਜਲਦ ਤੋਂ ਜਲਦ ਇਸ ਸਮੱਸਿਆ ਦਾ ਕੋਈ ਹੱਲ ਨਿਕਲੇ ਜੋ ਇਸ ਸਮੇਂ ਪੂਰਾ ਰੇੜਕਾ ਬਰਕਰਾਰ ਹੋ ਰੱਖਿਆ ਹੈ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ। ਹੁਣ ਕਿਵੇਂ ਅੱਗੇ ਵਧਾਉਂਦੇ ਨੇ, ਕੀ ਭੂਮਿਕਾ ਨਿਭਾਉਂਦੇ ਨੇ ਪੰਜਾਬ ਦੇ ਸਿਆਸਤਦਾਨ, ਪੰਜਾਬ ਦੀਆਂ ਸਿਆਸੀ ਧਿਰਾਂ, ਉਹ ਦੇਖਣ ਲਾਇਕ ਰਹੇਗਾ। ਪਰ ਇਸ ਸਭ ਦੇ ਵਿਚਾਲੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਜੋ ਮਾਹੌਲ ਪੰਜਾਬ ਦੇ ਵਿੱਚ ਅੱਜ ਬਣਦਾ ਨਜ਼ਰ ਆਇਆ ਉਸਨੇ ਜ਼ਰੂਰ ਚਿੰਤਾ ਵਧਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਦੇਖੋ 14 ਤਰੀਕ ਅਜੇ ਦੂਰ ਹੈ, ਅੱਜ ਤਾਂ ਨਾਮਜ਼ਦਗੀਆਂ ਦਾ ਹੀ ਦੌਰ ਹੈ। ਇਸ ਤੋਂ ਬਾਅਦ ਜਿਹੜੇ ਪਰਚਿਆਂ ਦਾ ਜ਼ਿਕਰ ਹੁੰਦਾ ਹੈ, ਸਕਰੂਟਨੀ ਹੁੰਦੀ ਹੈ, ਪਰਚੇ ਵਾਪਸ ਲਏ ਜਾਂਦੇ ਨੇ ਤੇ ਇਸ ਵਿਚਾਲੇ ਫਿਰ ਵੋਟਿੰਗ ਵਾਲਾ ਦਿਨ ਵੀ ਆਉਂਦਾ ਹੈ। ਵੋਟਿੰਗ ਤੋਂ ਇੱਕ ਦਿਨ ਪਹਿਲਾਂ ਜਦੋਂ ਚੋਣ ਪ੍ਰਚਾਰ ਰੁਕ ਜਾਂਦਾ ਹੈ ਤਾਂ ਉਹ ਪੂਰਾ ਮਾਹੌਲ ਵੀ ਆਉਂਦਾ ਹੈ। ਤਾਂ ਇਹ ਜ਼ਰੂਰ ਹੁਣ ਖਦਸ਼ਾ ਹੈ ਕਿ ਇਹ ਮਾਹੌਲ ਵਗ ਸਕਦਾ, ਹੋਰ ਭਖ ਸਕਦਾ ਹੈ। ਤਾਂ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਅੱਗੇ ਹੈਂਡਲ ਕਰੇਗਾ ਸਾਰੀਆਂ ਚੀਜ਼ਾਂ ਨੂੰ, ਉਹ ਇੱਕ ਸਵਾਲ ਜ਼ਰੂਰ ਖੜਾ ਹੋ ਗਿਆ ਹੈ ਕਿਉਂਕਿ ਵੱਡੀ ਘਟਨਾ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਵਾਪਰੀ ਹੈ। ਇੱਕ ਵੱਡਾ ਲੀਡਰ ਇੱਕ ਸਿਆਸੀ ਪਾਰਟੀ ਦਾ ਜੋ ਪੰਜਾਬ ਦਾ ਗ੍ਰਹਿ ਮੰਤਰੀ ਰਹਿ ਚੁੱਕਿਆ ਹੈ, ਜੋ ਪੰਜਾਬ ਦਾ ਉਪ ਮੁੱਖ ਮੰਤਰੀ ਰਹਿ ਚੁੱਕਿਆ ਹੈ, ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਹੋਣਾ ਤੇ ਇਲਜ਼ਾਮ ਅਕਾਲੀ ਦਲ ਦੇ ਵੱਲੋਂ ਕਾਂਗਰਸ ਦੇ ਵਿਧਾਇਕ ਦੇ ਉੱਤੇ ਲਗਾਏ ਜਾਣੇ ਉਹ ਲਾਜ਼ਮੀ ਤੌਰ ਦੇ ਉੱਤੇ ਜ਼ਰੂਰ ਚਿੰਤਾ ਨੂੰ ਵਧਾ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਸਿਆਸੀ ਘਮਸਾਨ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵਾਧਾ ਨਜ਼ਰ ਆ ਸਕਦਾ ਹੈ। ਤਾਂ ਜਲਾਲਾਬਾਦ ਦੇ ਵਿੱਚ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਹੈ ਤੇ ਦੂਜੀ ਤਸਵੀਰ ਅਸੀਂ ਤੁਹਾਨੂੰ ਭਿੱਖੀਵਿੰਡ ਦੀ ਦਿਖਾ ਰਹੇ ਹਾਂ, ਤਰਨਤਾਰਨ ਦੇ ਭਿੱਖੀਵਿੰਡ ਦੀ, ਜਿੱਥੇ ਫਾਇਰਿੰਗ ਹੋਈ ਹੈ। ਭਿੱਖੀਵਿੰਡ ਦੇ ਵਿੱਚ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਸੀ। ਜਿਵੇਂ ਸਾਡੇ ਸਹਿਯੋਗੀ ਸਾਨੂੰ ਜਾਣਕਾਰੀ ਦੇ ਰਹੇ ਸੀ ਕਿ ਉੱਥੇ ਤਾਂ ਮਾਹੌਲ ਇਹ ਸੀ ਕਿ 15 ਤੋਂ 20 ਰਾਉਂਡ ਫਾਇਰਿੰਗ ਦੀਆਂ ਆਵਾਜ਼ਾਂ ਆਈਆਂ ਨੇ। ਹਾਲਾਂਕਿ ਪੁਲਿਸ ਦੀ ਕਾਰਵਾਈ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਵਾਪਸ ਆਵਾਂਗੇ। ਵੱਡੀ ਖਬਰਾਂ ਦੇ ਉੱਤੇ ਨਿਊਜ਼ 18 ਪੰਜਾਬ ਦੀ ਟੀਮ ਦੀ ਨਜ਼ਰ ਲਗਾਤਾਰ ਬਣੀ ਹੋਈ।